ਹੈਲੋ ਫਰੈਂਡਸ, ਕੀ ਹਾਲ ਚਾਲ ਸਾਰੇ। ਹੋਪ ਸੋ ਸਾਰੇ ਠੀਕ ਠਾਕ ਹੋਵੋਗੇ। ਫਲੋਪ XYZ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ। ਅੱਜ ਆਪਾਂ ਗੱਲ ਕਰਾਂਗੇ ਇੱਕ ਕਹਾਣੀ ਦੇ ਬਾਰੇ 'ਚ। ਸੋ ਉਸ ਤੋਂ ਪਹਿਲਾਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਹਿਲਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਸੋ ਇੱਕ ਕਹਾਣੀ। ਮੇਰੀ ਡਿਊਟੀ 10ਵੀਂ ਤੇ 12ਵੀਂ ਦੇ ਬੋਰਡ ਦੇ ਪੇਪਰਾਂ 'ਚ ਲੱਗੀ। ਇੱਕ ਸਕੂਲ ਵਿੱਚ ਲੱਗ ਗਈ। ਜਦੋਂ ਵੀ ਮੈਂ ਡਿਊਟੀ ਦਿੰਦੀ ਤਾਂ ਬੱਚਿਆਂ ਨਾਲ ਪੇਪਰ ਤੋਂ 5-7 ਮਿੰਟ ਪਹਿਲਾਂ ਉਸ ਨਾਲ ਸੰਬੰਧਿਤ ਸਾਰੀਆਂ ਗੱਲਾਂ ਕਰਦੀ। ਉਹਨਾਂ ਨੂੰ ਇਹੀ ਆਖਦੀ, ਜੇਕਰ ਕਿਸੇ ਬੱਚੇ ਨੂੰ ਕੋਈ ਸਮੱਸਿਆ ਹੋਵੇ ਤਾਂ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਜਾਣਾ। ਮੈਂ ਖੁਦ ਤੁਹਾਡੇ ਕੋਲ ਆ ਕੇ ਤੁਹਾਡੀ ਗੱਲ ਸੁਣਾਂਗੀ ਅਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੀ, ਪਰ ਤੁਸੀਂ ਆਪਸ ਵਿੱਚ ਕੋਈ ਵੀ ਗੱਲਬਾਤ ਨਹੀਂ ਕਰਨੀ। ਉਸ ਦਿਨ ਮੇਰੀ ਡਿਊਟੀ ਲੜਕੀਆਂ ਦੇ ਕਮਰੇ ਵਿੱਚ ਲੱਗੀ। ਮੁੰਡਿਆਂ ਨਾਲੋਂ ਕੁੜੀਆਂ ਦੇ ਕਮਰੇ ਵਿੱਚ ਮੈਨੂੰ ਡਿਊਟੀ ਦੇਣੀ ਸੌਖੀ ਲੱਗਦੀ ਸੀ, ਕਿਉਂਕਿ ਮੁੰਡਿਆਂ ਨੂੰ ਚੁੱਪ ਕਰਾਉਣਾ ਪੈਂਦਾ ਸੀ। ਆਰਾਮ ਨਾਲ ਕੁੜੀਆਂ ਦਾ ਪੇਪਰ ਆਰਾਮ ਨਾਲ ਕਰਕੇ ਚਲੀਆਂ ਜਾਂਦੀਆਂ ਸੀ। ਪੇਪਰ ਸ਼ੁਰੂ ਹੋ ਗਿਆ। 1.5 ਘੰਟੇ ਦਾ ਸਾਰਾ ਪੇਪਰ ਸੀ। ਮੈਂ ਦੇਖਿਆ ਇੱਕ ਲੜਕੀ ਜੋ ਸਭ ਤੋਂ ਪਿੱਛੇ ਬੈਠੀ ਸੀ, ਆਪਣੇ ਘਰ ਅੱਗੇ ਵਾਲੀ ਲੜਕੀ ਨੂੰ ਕੁਝ ਪੁੱਛ ਰਹੀ ਸੀ। ਮੈਨੂੰ ਉਸ ਨੂੰ 2-3 ਵਾਰੀ ਟੋਕਣਾ ਪਿਆ। ਮੈਂ ਉਸ ਨੂੰ ਕਿਸੇ ਸਮੱਸਿਆ ਬਾਰੇ ਪੁੱਛਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ। ਸ਼ਾਇਦ ਡਰ ਜਾਂ ਝਿਜਕ ਕਾਰਨ ਉਹ ਨਹੀਂ ਬੋਲੀ। ਉਸਨੇ ਜਦੋਂ ਫਿਰ ਆਪਣੀ ਅਗਲੀ ਲੜਕੀ ਨੂੰ ਪੁੱਛਣਾ ਚਾਹਿਆ, ਉਸ ਨੂੰ ਡਰਾਵਾ ਦਿੱਤਾ, ਜੇਕਰ ਤੂੰ ਹੁਣ ਵੀ ਬੋਲਣਾ ਬੰਦ ਨਹੀਂ ਕੀਤਾ ਤਾਂ ਤੇਰਾ ਪੇਪਰ ਫੜ ਲਵਾਂਗੇ। ਫਿਰ ਉਹ ਮੁੜ ਕੇ ਨਾ ਬੋਲੀ। ਜਦੋਂ ਮੈਂ ਸਿਗਨੇਚਰ ਚਾਰਟ 'ਤੇ ਦਸਤਖਤ ਕਰਾਉਣ ਲੱਗੀ ਤਾਂ ਉਸ ਕੋਲ ਪਹੁੰਚ ਗਈ। ਦਸਤਖਤ ਦੇ ਹਮੇਸ਼ਾ ਇਕੱਲੇ ਬੱਚੇ ਕੋਲ ਜਾ ਕੇ ਖੁਦ ਕਰਾਉਣਾ ਪੈਂਦੇ ਨੇ, ਅਤੇ ਕੋਈ ਸੀਟ ਨੰਬਰ, ਪੇਪਰ ਜਾਂ ਕੋਡ ਜਾਂ ਦਸਤਖਤ ਗਲਤ ਨਾ ਕਰ ਦੇਵੇ। ਜਦ ਮੈਂ ਉਸ ਕੋਲ ਪਹੁੰਚੀ ਤਾਂ ਮੈਂ ਦੇਖਿਆ ਉਸ ਨੂੰ ਸੀਟ ਨੂੰ ਪੜ੍ਹਨ 'ਚ ਦਿੱਕਤ ਆ ਰਹੀ ਸੀ। ਉਹ ਬਿਲਕੁਲ ਅੱਖਾਂ ਨਾਲ ਲਾ ਕੇ ਪੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ। ਭਾਵੇਂ ਕਿ ਮੈਂ ਸੀਟ ਨੂੰ ਲਿਖਣ ਵਿੱਚ ਉਸ ਦੀ ਮਦਦ ਕਰ ਦਿੱਤੀ, ਉਸਨੇ ਜਿਵੇਂ ਕਿਵੇਂ ਕਰਕੇ ਕੰਮ ਸਾਰ ਲਿਆ। ਫਿਰ ਮੈਂ ਉਸ ਨੂੰ ਪੁੱਛ ਬੈਠੀ, ਬੇਟਾ ਤੇਰੇ ਐਨਕ ਲੱਗੀ ਹੋਈ ਹੈ? ਨੇ ਕਿਹਾ, ਹਾਂ ਜੀ। ਲਗਾਈ ਕਿਉਂ ਨਹੀਂ? ਜੀ ਟੁੱਟ ਗਈ, ਉਸ ਦਾ ਜਵਾਬ ਸੀ। ਫਿਰ ਬੇਟਾ ਹੋਰ ਲਵਾ ਲੈਣੀ ਸੀ, ਤੇਰੇ ਪੇਪਰਾਂ ਦਾ ਕੰਮ ਹੈ। ਜੀ ਪਾਪਾ ਨੂੰ ਪੈਸੇ ਨਹੀਂ ਮਿਲੇ। ਫਿਰ ਮੈਂ ਸਾਰੀ ਗੱਲ ਸਮਝ ਗਈ ਅਤੇ ਪੇਪਰ ਤੋਂ ਬਾਅਦ ਉਸ ਨੂੰ ਮਿਲਣ ਕੇ ਲਈ ਕਿਹਾ। ਫਿਰ ਉਹ ਪੇਪਰ ਤੋਂ ਬਾਅਦ ਮਿਲਣ ਆ ਗਈ। ਉਸਨੇ 4 ਨੰਬਰ ਐਨਕ ਲੱਗੀ ਹੋਈ ਸੀ, ਜਿਸ ਕਰਕੇ ਉਸ ਨੂੰ ਨਾ ਮਾਤਰ ਹੀ ਦਿਸਦਾ ਸੀ। ਪੇਪਰ ਨਾ ਪੜ੍ਹਿਆ ਜਾਣ ਕਰਕੇ ਉਸ ਨੂੰ ਅਗਲੀ ਲੜਕੀ ਤੋਂ ਪੁੱਛ-ਗਿੱਛ ਕਰਨੀ ਪੈ ਰਹੀ ਸੀ। ਪਾਪਾ ਪੱਠੇ 'ਤੇ ਲੱਗੇ ਹੋਏ ਸਨ। ਮਾਂ ਬਿਮਾਰ ਰਹਿੰਦੀ ਹੈ। ਜਦੋਂ ਹੀ ਪਾਪਾ ਕੋਲ ਪੈਸੇ ਆ ਗਏ, ਉਹ ਐਨਕ ਲਵਾ ਦੇਣਗੇ। ਫਿਰ ਮੈਂ ਸੋਚਿਆ ਕਿ ਨਿਗਾਹ ਲਈ ਐਨਕ ਦੀ ਜ਼ਰੂਰਤ ਹੈ, ਉਸ ਨੂੰ ਅੱਜ ਹੈ, ਕੱਲ੍ਹ ਨਹੀਂ। ਫਿਰ ਉਸਨੇ ਸਕੂਲ ਆਉਣ ਦਾ ਸਾਧਨ ਪੁੱਛਿਆ। ਉਸਨੇ ਦੱਸਿਆ ਕਿ ਪਟਿਆਲੇ ਪਿੰਡੋਂ ਸਾਈਕਲ 'ਤੇ ਪੜ੍ਹਨ ਆਉਂਦੀ ਹੈ। ਫਿਰ ਉਹ ਸੁਣ ਕੇ ਹੋਰ ਡਰ ਗਈ ਕਿ ਇਸ ਵਿਚਾਰੀ ਨੂੰ ਕੋਈ ਕੁਚਲ ਹੀ ਨਾ ਜਾਵੇ। ਅੱਜ ਕੱਲ੍ਹ ਤਾਂ ਚੰਗੇ ਖਾਸੇ ਸੁਜਾਰਿਆਂ ਨੂੰ ਵੀ ਨਹੀਂ ਬਖਸ਼ਦੇ। ਫਿਰ ਪੁੱਛਿਆ ਕਿ ਤੈਨੂੰ ਸਾਈਕਲ ਚਲਾਉਣ ਵੇਲੇ ਕਿਵੇਂ ਦਿਖਾਈ ਦਿੰਦਾ ਹੈ? ਉਸਨੇ ਕਿਹਾ, ਜੀ ਤੱਕ ਸ਼ੁਦਾ ਹੀ ਆਈ ਜਾਂਦੀ ਹੈ, ਵੱਡੀਆਂ ਚੀਜ਼ਾਂ ਦਿਸ ਜਾਂਦੀਆਂ ਨੇ। ਮੇਰੇ ਪੁੱਛਣ ਤੋਂ ਬਾਅਦ ਉਸਨੇ ਐਨਕ ਦੀ ਕੀਮਤ 500 ਰੁਪਏ ਦੱਸੀ। ਮੈਂ ਤੁਰੰਤ ਉਸ ਨੂੰ 500 ਰੁਪਏ ਦਾ ਨੋਟ ਫੜਾਇਆ ਅਤੇ ਕਿਹਾ, ਸਭ ਤੋਂ ਪਹਿਲਾਂ ਅੱਜ ਆਪਣੀ ਐਨਕ ਲਵਾਓ। ਸਕੂਲੇ ਜਾਣ ਸਾਰ ਫਿਰ ਉਹ ਸਕੂਲ ਆਉਣਾ। ਉਸ ਪੈਸੇ ਲੈਣ ਤੋਂ ਮਨ੍ਹਾ ਕਰ ਰਹੀ ਸੀ, ਕਿਉਂਕਿ ਉਸ ਲਈ 500 ਰੁਪਏ ਬਹੁਤ ਵੱਡੀ ਰਕਮ ਸੀ। ਜਿਵੇਂ ਕਹਿੰਦੇ ਨੇ, ਕੀੜੀ ਲਈ ਤਾਂ ਠੂਠੀ ਹੀ ਦਰਿਆ ਬਣ ਜਾਂਦੀ ਹੈ। ਦੂਜੇ ਦਿਨ ਐਨਕ ਲਵਾ ਕੇ ਚਾਈਂ ਸਕੂਲ ਆਈ। ਮੇਰਾ ਬਹੁਤ ਹੀ ਧੰਨਵਾਦ ਕਰ ਰਹੀ ਸੀ। ਨਾਲ ਵਾਲੀਆਂ ਕੁੜੀਆਂ ਨੂੰ ਵੀ ਮੇਰੇ ਬਾਰੇ ਦੱਸ ਰਹੀ ਸੀ। ਦੂਜੇ ਦਿਨ ਉਸ ਨੂੰ ਮੈਨੂੰ ਆਉਣ ਸਾਰ ਕਿਹਾ, ਮੈਡਮ ਜੀ ਇੱਕ ਗੱਲ ਦੱਸੋ, ਮੈਂ ਤੁਹਾਡੇ ਕੋਲ ਪੜ੍ਹਦੀ ਵੀ ਨਹੀਂ, ਤੁਸੀਂ ਮੈਂ ਤੁਹਾਨੂੰ ਜਾਣਦੀ ਤੱਕ ਵੀ ਨਹੀਂ, ਤੁਹਾਡਾ ਮੇਰੇ ਨਾਲ ਕੋਈ ਰਿਸ਼ਤਾ ਵੀ ਨਹੀਂ, ਫਿਰ ਤੁਸੀਂ ਪੈਸੇ ਕਿਉਂ ਦਿੱਤੇ? ਮੈਂ ਉਸ ਨੂੰ ਸਮਝਾਇਆ ਕਿ ਇੱਕ ਅਧਿਆਪਕ ਲਈ ਸਾਰੇ ਵਿਦਿਆਰਥੀ ਉਸਦੇ ਆਪਣੇ ਹੁੰਦੇ ਹਨ ਅਤੇ ਅਧਿਆਪਕ ਅਤੇ ਵਿਦਿਆਰਥੀ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ। ਸੁਣ ਕੇ ਜੋ ਖੁਸ਼ੀ ਮੈਂ ਉਸ ਦੀਆਂ ਅੱਖਾਂ ਵਿੱਚ ਦੇਖੀ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਉਸ ਨੂੰ ਪੇਪਰਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਪ੍ਰੇਰਨਾ ਦੇ ਕੇ ਮੈਂ ਉਸ ਤੋਂ ਵਿਦਾ ਲਈ ਕਰ ਆ ਗਈ। ਆਉਣ ਸਾਰ ਸਾਰੀ ਗੱਲ ਮੈਂ ਆਪਣੀ ਸੱਸ ਮਾਂ ਨੂੰ ਦੱਸੀ। ਉਹਨਾਂ ਨੇ ਸੁਣ ਕੇ ਕਿਹਾ, ਬਹੁਤ ਚੰਗਾ ਕੀਤਾ, ਆਹ ਕੰਮ ਜਦੋਂ ਅੱਜ ਕਰਕੇ ਆਈ ਹੈ, ਇਹਦਾ ਪੁੰਨ 100 ਤੀਰਥਾਂ ਤੋਂ ਵੱਧ ਕੇ ਹੈ। ਮਾਤਾ ਜੀ ਦੀ ਖਰੀ ਗੱਲ ਸੁਣ ਕੇ ਮੇਰਾ ਮਨ ਵੀ ਬਾਗੋ ਬਾਗ ਹੋ ਗਿਆ। ਸੋ ਹਮੇਸ਼ਾ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਸੋ ਅੱਗੇ ਆਉਣਾ ਚਾਹੀਦਾ ਹੈ।